नानक पाद पंकज बंदन पाद पंकज बंदना सिमरो अंगद दोख निकंदना दोख निकंदना अमरदास गौर हृदय जावो हृदय श्री गुरु रामदास गुण गावो श्री गुरु रामदास गुण गावो गुरु अर्जन विघ्न नाशक विघ्न के नाशक गुरु हर गोबिंद शोभ मत पर शुभ मत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम कृपाला परम कृपाला गुरु गोबिंद सिंह विशाला गुरु गोबिंद सिंह विशाला तरों तरापुर पुन पुन सीता जी पुन पुन सीसा बंदों बार बार जगदीशा बंदों बार बार जगदीशा। श्री गुरु ग्रंथ साहिब पातशाह महाराज जी की पावन पवित्र हजूरी अंदर जुड़ बैठी गुरु प्यारी साध संगत जी आप जी शाम के दीवाना दे अंदर गुर इतिहास की कथा श्रवण करन दे लई जुड़ बैठे। कल तई आपां ये इतिहास श्रवण किया सी श्री गुरु अमरदास महाराज जी ने भाई सावणमल जी ने भेजा, पर भाई सावणमल जी अपनी निजी प्रभता नूं वेखदे होए लोभ दे विच आ गए अते सोचते ने जे मैं गोइंदवाल साहब चला गया गुरु साहब जी ने रुमाल खोह लेना। महाराज जी ने अपनी अजमत दे नाल उस रुमाल दीयां जिन्नियां भी शक्तियां ने वो वापस ले लियां हन। भाई सावणमल बड़ा परेशान होया ਅਤੇ संगत राजे नूं कहंदा असीं हुण गोइंदवाल साहिब चलीए साडे वड्डे उत्थे वसदे ने। हुण सारी संगत नूं लैके उत्थे पहुंचे हन। आओ हुण जिवें अगे दी कथा चलदी है बड़े प्रेम सत्कार नाल श्रवण करिए किवें गुरु साहिब तो माफ़ी मंगदे ने। आओ पहलां श्री गुरु जी वल्लों बख्शे हुए गुरमंत्र नाल सांझ पाईए। सतनाम श्री वाहिगुरु साहिब जी सतनाम श्री वाहिगुरु साहिब जी। श्री सतगुर मुस्काने पिख कै कृपा सिंध कर कृपा बखान। महाराज जी भाई सावणमल जी नूं वेख के खुश हुए मुस्करा रहे हैं। उन्होंने ये नहीं गुस्सा किया है क्योंकि सुत अपराध करत है जीते जननी चीत ना राखस्ते। बच्चा किन्ने भी पाप कर ले किन्ने भी औगण कमाए माँ चेते नहीं रखती, माँ भुला देंदी है। माँ का ये गुण है। एवें परमात्मा का भी ये गुण है
ਗੁਰੂ ਦਾ ਇਹ ਗੁਣ ਹੈ। ਮਨੁੱਖ ਜਿੰਨੇ ਮਰਜ਼ੀ ਪਾਪ ਕਮਾਉਂਦਾ ਹੈ, ਪਰ ਜੇ ਪਰਮਾਤਮਾ ਦੇ ਅੱਗੇ ਇਹ ਮੰਨ ਲਏ, ਪਰਮਾਤਮਾ ਦੇ ਅੱਗੇ ਇਸ ਚੀਜ਼ ਨੂੰ ਸਵੀਕਾਰ ਕਰੇ, ਹੇ ਪਰਮਾਤਮਾ ਮੈਂ ਬਹੁਤ ਔਗਣ ਕਮਾਏ ਨੇ, ਮੈਨੂੰ ਮਾफ़ ਕਰ, ਪਰਮਾਤਮਾ ਉਸ ਦੇ ਔਗਣ ਮਾफ़ ਕਰਦਾ ਹੈ। ਐਵੇਂ ਗੁਰੂ ਜੀ ਉਹਨਾਂ ਵੱਲ ਵੇਖ ਕੇ ਮੁਸਕਰਾ ਰਹੇ ਹਨ। ਸਿੱਖ ਸੇਵਕ ਸੁਧ ਅਹਿ ਜੇ ਮੇਰੇ, ਤਿਨ ਕੋ ਚਾਹੋ ਕਰਨ ਕਲਿਆਣ। ਮਹਾਰਾਜ ਜੀ ਕਹਿੰਦੇ ਨੇ, ਮੇਰੇ ਜਿਹੜੇ ਵੀ ਸਿੱਖ ਨੇ, ਜੋ ਵੀ ਸੰਗਤ ਵਿੱਚ ਆਉਂਦੇ ਨੇ, ਅਸੀਂ ਤਾਂ ਹਮੇਸ਼ਾ ਉਹਨਾਂ ਦਾ ਕਲਿਆਣ ਹੀ ਚਾਹੁੰਦੇ ਹਾਂ। ਕਿਸੇ ਦਾ ਵੀ ਬੁਰਾ ਗੁਰੂ ਦੇ ਮਨ ਵਿੱਚ ਨਹੀਂ ਆਉਂਦਾ ਹੈ। ਤਬ ਮਨ ਮੈਂ ਅਹੰਕਾਰ ਬੰਧਾਏ ਭੀ, ਤਿਸ ਹਰਪੇ ਹਿਤ ਇਮ ਕ੍ਰਿਤ ਖਾਨ। ਮਹਾਰਾਜ ਜੀ ਕਹਿੰਦੇ ਨੇ, ਇਹ ਸਾਵਣਮਲ ਤੇਰੇ ਮਨ ਦੇ ਵਿੱਚ ਹੰਕਾਰ ਵੱਧ ਗਿਆ ਸੀ। ਉਹ ਹੰਕਾਰ ਨੂੰ ਦੂਰ ਕਰਨ ਹਿਤ ਸਾਨੂੰ ਇਹ ਕੰਮ ਕਰਨਾ ਪਿਆ। ਅਸੀਂ ਕਰਨਾ ਨਹੀਂ ਸੀ, ਕਿਉਂਕਿ ਗੁਰੂ ਜਿਹੜੀ ਵਸਤੂ ਇੱਕ ਵਾਰੀ ਦੇ ਦਿੰਦਾ ਹੈ, ਰੱਬ ਜਿਹੜੀ ਇੱਕ ਵਾਰੀ ਵਸਤੂ ਦੇ ਦਿੰਦਾ ਹੈ, ਉਹਨੂੰ ਛੇਤੀ ਕਿਤਿਆਂ ਖੋਂਦਾ ਨਹੀਂ ਜੇ ਮਨੁੱਖ ਠੀਕ ਚੱਲੇ। ਪਰ ਜਦੋਂ ਮਨੁੱਖ ਦੇ ਆਪਣੇ ਕਰਮ ਵਿਗੜ ਜਾਂਦੇ ਨੇ, ਉਸ ਦਿਨ ਪਰਮਾਤਮਾ ਨੂੰ ਮਜਬੂਰਨ ਇਹ ਕੰਮ ਕਰਨਾ ਪੈਂਦਾ, ਕਿਉਂਕਿ ਮਨੁੱਖ ਦੇ ਨਾਲ ਜੋ ਵੀ ਵਾਪਰਦਾ ਹੈ, ਸਾਧ ਸੰਗਤ, ਜੋ ਕੁਝ ਵੀ ਸਾਡੇ ਨਾਲ ਹੋਇਆ ਹੈ, ਭਾਵੇਂ ਸਰੀਰਕ ਤੌਰ 'ਤੇ ਭਾਵੇਂ ਮਾਨਸਿਕ ਤੌਰ 'ਤੇ, ਉਹਦਾ ਕੋਈ ਨਾ ਕੋਈ ਬੀਜ, ਕੋਈ ਨਾ ਕੋਈ ਕਾਰਨ ਤੇ ਜ਼ਰੂਰ ਹੈ। ਕਿਉਂਕਿ ਬੀਜ ਤੋਂ ਬਿਨਾਂ ਦਰਖਤ ਨਹੀਂ ਹੁੰਦੇ। ਕੋਈ ਤੇ ਕਰਮ ਹੈ ਜਿਹਦਾ ਫਲ ਮਨੁੱਖ ਨੂੰ ਮਿਲਦਾ ਹੈ, ਜਿੰਨੇ ਵੀ ਅਸੀਂ ਕਰਦੇ ਹਾਂ। ਇਸ ਕਰਕੇ ਮਨੁੱਖ ਜਦੋਂ ਬੀਜ ਬੀਜਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਦੋਂ ਸੁਚੇਤ ਨਹੀਂ ਹੁੰਦਾ। ਔਰ ਸੁਚੇਤ ਤਾਂ ਨਹੀਂ ਹੁੰਦਾ ਕਿਉਂਕਿ ਜਦੋਂ ਬੀਜ ਬੀਜਦਾ ਹੈ, ਬੀਜ ਅਕਸਰ ਮੁਲਾਇਮ ਹੀ ਹੁੰਦੇ ਨੇ। ਕਿੱਕਰ ਦੇ ਬੀਜ ਵੀ ਮੁਲਾਇਮ ਨੇ। ਜਿੰਨੇ ਵੀ ਬੀਜ ਨੇ ਦੁਨੀਆ, ਬੀਜਾਂ ਵਿੱਚ ਕੰਡੇ ਨਹੀਂ ਹੁੰਦੇ। ਕੰਡੇ ਜਦੋਂ ਉਹਨਾਂ ਦੇ ਦਰਖਤ ਬਣਦੇ ਨੇ ਉਦੋਂ ਹੁੰਦੇ ਨੇ। ਬਾਣੀ ਦਾ ਫਰਮਾਨ ਹੈ, ਫਰੀਦਾ ਲੋੜੈ ਦਾਕ ਬਿਜੂਰੀਆਂ, ਕਿੱਕਰ ਬੀਜੈ ਜੱਟ। ਕਹਿੰਦੇ ਜ਼ਿਮੀਂਦਾਰ ਦੀ ਕਿੱਡੀ ਅਚਰਜ ਰੀਤ ਹੈ। ਇਹ ਚਾਹੁੰਦਾ ਤੇ ਸੁੱਖ ਹੈ, ਕਿੱਕਰ ਚਾਹੁੰਦਾ ਤੇ ਦਾਖਾਂ ਨਹੀਂ। ਮੇਰੇ ਕੋਲ ਦਾਖਾਂ ਆ ਜਾਣ, ਪਰ ਕਹਿੰਦੇ ਅਸਲ ਦੇ ਵਿੱਚ ਇਹ ਜਾਣਕਾਰ ਨਹੀਂ। ਕਿੱਕਰ ਦੇ ਬੀਜਾਂ ਨੂੰ ਬੀਜ ਕੇ ਦਾਖਾਂ ਕਿੱਥੋਂ ਉਗਣਗੀਆਂ। ਅਗਰ ਤੂੰ ਦਾਖਾਂ ਚਾਹੁੰਦਾ ਹੈ, ਚੰਗੇ ਫਲ ਚਾਹੁੰਦਾ ਹੈ, ਪਹਿਲਾਂ ਬੀਜ ਤੇ ਚੰਗੇ ਬੀਜ। ਮਨੁੱਖ ਇਸ ਕਰਕੇ ਆਪਣੇ ਘਰ ਦੇ ਵਿੱਚ ਹੀ ਬੀਜ ਹੀ ਮਾੜੇ ਬੀਜ ਲੈਂਦਾ ਹੈ। ਉਹਦੇ ਕੋਲ ਬੀਜ ਹੀ ਕਿੱਕਰਾਂ ਦੇ ਲਈ ਫਿਰਦਾ ਹੈ। ਫਿਰ ਜਿਉਂ-ਜਿਉਂ ਉਹ ਬੀਜ ਵੱਡਾ ਹੁੰਦਾ ਹੈ, ਦਰਖਤ ਬਣਦਾ ਹੈ, ਫਿਰ ਇਹਦੇ ਸਾਹਮਣੇ ਆਉਂਦਾ, ਇਹਨੂੰ ਪਤਾ ਲੱਗਦਾ ਮੈਂ ਬੀਜ ਹੀ ਗਲਤ ਬੀਜਦਾ। ਇਸ ਕਰਕੇ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਕਿੱਕਰਾਂ ਦੇ ਬੀਜ ਆਪਣੀ ਜ਼ਿੰਦਗੀ 'ਚ ਬੀਜ ਰਿਹਾ ਹੈ। ਹੁਣ ਇਸ ਕਰਕੇ ਦੁਨੀਆ ਵਿੱਚ ਰੋਜ਼-ਰੋਜ਼ ਪਰੇਸ਼ਾਨੀ ਵੱਧ ਰਹੀ ਹੈ, ਰੋਜ਼-ਰੋਜ਼ ਮੁਸ਼ਕਿਲਾਂ ਵੱਧ ਰਹੀਆਂ ਨੇ। ਮਨੁੱਖ ਰੋਜ਼-ਰੋਜ਼ ਆਬਾਦ ਨਹੀਂ ਹੋ ਰਿਹਾ, ਰੋਜ਼-ਰੋਜ਼ ਪਰੇਸ਼ਾਨ ਹੋ ਰਿਹਾ। ਇੱਕ-ਇੱਕ ਦਿਨ ਪਰੇਸ਼ਾਨੀ ਵੱਧ ਰਹੀ ਹੈ, ਘਟ ਨਹੀਂ ਰਹੀ। ਕਿਉਂ? ਹਰ ਬਿਸਰਤ ਤੇਰੇ ਗੁਣ ਗਲਿਆ, ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ। ਪਰਮੇਸ਼ਰ ਤੋਂ ਭੁੱਲਿਆ ਰੋਗ ਨੇ, ਸਰੀਰ ਦੇ ਰੋਗ ਨੇ, ਮਾਨਸਿਕ ਰੋਗ। ਔਰ ਜਿਹੜੇ ਮਾਨਸਿਕ ਰੋਗ ਨੇ ਸਰੀਰ ਦੇ ਰੋਗਾਂ ਨਾਲੋਂ ਬਹੁਤ ਘਾਤਕ ਹੁੰਦੇ। ਮਨ ਦੇ ਵਿੱਚ ਇੱਕ ਚੀਜ਼ ਨੂੰ ਲੈ ਲੈ ਕੇ, ਕਿਸੇ ਦੀ ਈਰਖਾ ਨੂੰ ਲੈ ਲੈ ਕੇ ਮੁੜ ਮੁੜ ਕੇ ਸੋਚੀ ਜਾਣਾ ਮਨ ਨੂੰ ਭਾਰਾ ਕਰ ਦਿੰਦਾ ਹੈ, ਦਿਮਾਗ ਨੂੰ ਭਾਰਾ ਕਰ ਦਿੰਦਾ ਹੈ। ਬਾਰ-ਬਾਰ ਕਿਸੇ ਆਉਣ ਵਾਲੀ ਚੀਜ਼ ਜਿਹੜੀ ਹਜੇ ਹੋਈ ਵੀ ਨਹੀਂ, ਉਹਦੀ ਵਾਰ-ਵਾਰ ਚਿੰਤਾ ਕਰੀ ਜਾਣੀ, ਇਹ ਮਨੁੱਖ ਦੇ ਦਿਮਾਗ ਨੂੰ ਭਾਰਾ ਕਰ ਦਿੰਦੀ। ਔਰ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਭਵਿੱਖ ਦੇ ਵਿੱਚ ਕਈ ਐਸੀਆਂ ਚਿੰਤਾਵਾਂ ਲੈ ਕੇ ਬੈਠਾ ਹੈ ਜਿਹੜੀ ਇਹਦੀ ਜ਼ਿੰਦਗੀ 'ਚ ਹੋਣੀਆਂ ਵੀ ਨਹੀਂ। ਬਹੁਤ ਕੁਝ ਅਸੀਂ ਐਸਾ ਸੋਚਿਆ ਜਿਹੜਾ ਹੋਣਾ ਵੀ ਨਹੀਂ। ਸਾਧ ਸੰਗਤ,
ਔਰ ਬਹੁਤ ਕੁਝ ਐਸਾ ਹੋ ਜਾਣਾ ਹੈ ਜਿਹੜਾ ਕਦੇ ਸੋਚਿਆ ਵੀ ਨਹੀਂ। ਐਵੇਂ ਹੁੰਦਾ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਹੋਏ। ਮਹਾਰਾਜ ਕਹਿੰਦੇ ਭਾਈ ਤੇਰਾ ਹੰਕਾਰ ਵਧਿਆ ਹੈ, ਤੇਰੇ ਹੰਕਾਰ ਨੂੰ ਦੂਰ ਕਰਨ ਦੇ ਲਈ, ਤੇਰਾ ਕਲਿਆਣ ਕਰਨ ਦੇ ਲਈ ਸਾਨੂੰ ਇਹ ਰੁਮਾਲ ਦੇ ਵਿੱਚੋਂ ਸ਼ਕਤੀਆਂ ਖੋਹਣੀਆਂ ਪਈਆਂ ਹਨ। ਲਿਓ ਰੁਮਾਲਨ ਕਰ ਚਿਤ ਚਿੰਤਾ, ਅਬ ਭੀ ਤੁਝ ਦੇਹੋ ਬਹੁ ਦਾਨ। ਮਹਾਰਾਜ ਜੀ ਕਹਿੰਦੇ ਚਿੱਤ ਵਿੱਚ ਚਿੰਤਾ ਕਰਕੇ, ਤੇਰੀ ਚਿੰਤਾ ਹੈ ਸਾਨੂੰ, ਅਸੀਂ ਇਹ ਰੁਮਾਲ ਵਾਪਸ ਲੈ ਲਿਆ, ਪਰ ਐਸਾ ਨਹੀਂ ਹੁਣ ਇਹਨੂੰ ਅਸੀਂ ਰੱਖਾਂਗੇ, ਦੇਵਾਂਗੇ ਇਹਨੂੰ ਤੈਨੂੰ ਹੀ, ਆਪਾਂ ਆਪਣੇ ਕੋਲ ਨਹੀਂ ਰੱਖਾਂਗੇ। ਕੋਈ ਗੁਰੂ ਦੇ ਕੋਲ ਕੋਈ ਅਜਮਤਾਂ ਦੀ ਕਮੀ ਥੋੜੀ ਨਾ। ਬਾਣੀ ਦਾ ਫੈਸਲਾ ਹੈ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਸਾਧ ਸੰਗਤ ਇਹ ਸਵਾਲ ਹੈ ਗੁਰਬਾਣੀ ਦਾ, हे परमात्मा जी कोई ऐसी वस्तु भी है ਜਿਹੜੀ तेरे घर ਵਿੱਚ नहीं है, कोई ऐसी चीज़ भी है ਜਿਹੜੀ तेरे तो बाहर है। ਹੁਣ ਗੁਰਬਾਣੀ ਅੱਗੇ ਜਵਾਬ ਦਿੰਦੀ ਹੈ, ਘਰ ਤਾਂ ਤੇਰਾ ਸਭ ਕੁਝ ਹੈ, ਤੇਰੇ ਘਰ ਦੇ ਵਿੱਚ ਸਭ ਕੁਝ ਹੈ, ਸਾਜੋ ਸਮਾਨ ਹੈ, ਮਾਇਆ ਹੈ, ਦੌਲਤ ਹੈ, ਪੈਸਾ ਹੈ, देह अरोगता है, हमेशा खुशी है, हमेशा आनंद है, तेरे घर विच ये सारा कुछ है। फिर परमात्मा तू देंदा क्यों नहीं? अगे हुण महाराज कहते ने जिस देह सो पाव, हर कोई नहीं, जिन्हों वो देंदा है वो पाउंदा है। फिर देंदा किनू है, ਇਹਦਾ भी अगे जवाब है, सदा सिफत सलाह तेरी नाम मन वसा। जेड़े प्रभु का नाम, परमात्मा का सिफत, परमात्मा का सिमरन अपने चेते विच वसाउंदे ने, उन्हां नूं वो दिंदा है। भावें उन्हां दी अगली गल है, उन्हां दी मंगण दी मुराद ही खत्म हो जाती है। उन्हां नूं ये पता लग जाता है मंगा किहदे तों, वो आप ही तो बोल रहे, आप ही तो करने वाला। विन बोलिया सब कुछ जानदा, बोलण की लोड़ नहीं। जे परमात्मा नूं भी कहण की लोड़ है, फिर परमात्मा सारी थाई नहीं है, वो तो साडे अंदर है, उन्होंने कहण की लोड़ नहीं। जो जो साडे नाल वापरे उन्होंने एक एक मिनट की खबर है। जो जो मनुख माड़ा सोचता है, चंगा सोचता है, चंगे कर्म करता है, उन्होंने एक एक मिनट की खबर है। विन बोलिया सब कुछ जानदा, तो किस आगे कीचै अरदास। फिर अरदास किहदे अगों करोगे? जानदा तो सारा कुछ है, और बिना बोलिया ही जानदा, क्योंकि वो अंतर्यामी है, अंदर दी जानदा है। घट घट के अंतर की जान, हरेक दे अंदर दी जानदा है। वो पशुआं दे अंदर दी भी जानदा है, पंछियां दे अंदर दी भी जानदा है, वो मनुखां दे अंदर दी भी जानदा है, मनुखां दे अंदर की चलदा है। इस करके किसी नूं बोलण दी लोड़ नहीं, वो सब कुछ जानदा है। उस दे अंदर सब दे प्रति सत्कार, उस दे अंदर सब दी चिंता परमात्मा नूं अपने आप ही है। देश हरिपुर सहत नरेपत, जुत एहो संगत सगरी तुझ दीन। महाराज कहते ने सावण मल जेड़े देश चों तू चल के आए हैं, जा तेनू अज तो वो देश फिर बख्श दिता। जिन्नी उत्थों दी संगत है वो भी असी तेनू बख्श दिती है। वाहेगुरु 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 वाहेगुरु। चिरंकाल सुख भोगो बन गुर, मेरी दात न होवै हीन। महाराज कहन लगे जाओ
ਹੁਣ ਤੁਸੀਂ ਉੱਥੇ ਜਾ ਕੇ ਦੁਬਾਰਾ ਗੁਰੂ ਬਣ ਜਾਓ। ਮੇਰੀ ਅੱਜ ਤੋਂ ਇਹ ਦਾਤ ਹੈ ਤੁਹਾਨੂੰ। ਇਹ ਜਿਹੜੀ ਦਾਤ ਹੈ ਮੁੜ ਕੇ ਮਿਟੇਗੀ ਨਹੀਂ, ਕਿਉਂਕਿ ਸਾਧ ਸੰਗਤ ਇੱਕ ਵਾਰੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਤਵਾਰੀਖ ਦੱਸਦੀ ਹੈ, ਇੱਕ ਜ਼ਿਮੀਂਦਾਰ ਸੀ ਜੱਟ, ਚੰਗਾ ਉਹਦੇ ਕੋਲ ਪੈਸਾ ਵੀ ਸੀ। ਉਹਦੇ ਭਰਾ ਦੇ ਲੜਕੇ ਭਰਾ ਦੀ ਮ੍ਰਿਤੂ ਹੋ ਗਈ, 2 ਭਤੀਜੇ ਸਨ। ਉਹ ਵੈਸੇ ਉਹਨਾਂ ਨੂੰ ਲੰਗਰ ਪਾਣੀ ਛਕਾਉਂਦਾ ਸੀ। ਉਹਦੀ ਘਰ ਦੀ ਕਹਿੰਦੀ ਹੈ, ਗੁਰੂ ਇੱਥੇ ਆਇਆ ਹੈ, ਜਾਂ ਗੁਰੂ ਦੇ ਸਾਹਮਣੇ ਬੇਨਤੀ ਕਰ, ਤੇਰਾ ਭਰਾ ਤੇ ਚਲੇ ਗਏ, ਜੇ ਇਹਨਾਂ ਦਾ ਕੁਝ ਬਣ ਜਾਏ। ਉਹ ਜੁਗਤੀ ਕਰਕੇ ਗਿਆ ਮਹਾਰਾਜ ਦੇ ਸਾਹਮਣੇ, 2 ਬੱਚਿਆਂ ਨੂੰ ਲੈ ਗਿਆ ਤੇ ਕਹਿੰਦਾ ਆਪਣੇ ਪੇਟ ਦੇ ਉੱਤੋਂ ਕੱਪੜਾ ਚੱਕ ਕੇ ਆਪਣੇ ਪੇਟ ਨੂੰ ਖੜਕਾਓ, ਭਾਵ ਇਤੋਂ ਇਹ ਹੋਏਗਾ ਵੀ ਸਾਨੂੰ ਰੋਟੀ ਚਾਹੀਦੀ, ਅਸੀਂ ਤੇਰੇ ਦਰ 'ਚ ਆਏ। ਉਹਨਾਂ ਬੱਚਿਆਂ ਨੇ ਉਵੇਂ ਹੀ ਗੁਰੂ ਦੇ ਸਾਹਮਣੇ ਕੀਤਾ। ਮਹਾਰਾਜ ਵੇਖ ਕੇ ਹੈਰਾਨ ਹੋਏ। ਉਹ ਕਹਿੰਦੇ, ਚੌਧਰੀ ਇਹ ਬੱਚੇ ਐਵੇਂ ਕਿਉਂ ਕਰ ਰਹੇ ਨੇ? ਕਿਹਦੇ ਬੱਚੇ ਨੇ? ਕਹਿੰਦੇ, ਮਹਾਰਾਜ ਮੇਰੇ ਭਰਾ ਦੇ ਲੜਕੇ ਨੇ। ਤੇ ਫਿਰ ਇਹ ਖੜਕਾ ਕਿਉਂ ਰਹੇ ਨੇ? ਆਪਣੇ ਪੇਟ ਨੂੰ ਕਿਉਂ ਖੜਕਾ ਰਹੇ ਨੇ? ਮਹਾਰਾਜ ਮੇਰਾ ਭਰਾ ਚਲਾ ਗਿਆ, ਇਸ ਕਰਕੇ ਇਹ ਤੁਹਾਡੇ ਕੋਲ ਰੋਟੀ ਮੰਗਣ ਲਈ ਆਏ ਨੇ। ਮਹਾਰਾਜ ਕਹਿਣ ਲੱਗੇ, ਤੂੰ ਤੇ ਬੜਾ ਵੱਡਾ ਜ਼ਿਮੀਂਦਾਰ ਹੈ ਕਿ ਆਪਣੇ ਭਰਾ ਦੇ ਤੋਂ ਤੂੰ 2 ਬੱਚੇ ਨਹੀਂ ਪਾਲ ਸਕਦਾ? ਕਹਿੰਦੇ, ਨਹੀਂ ਮਹਾਰਾਜ ਮੈਂ ਤੇ ਪਾਲਦਾ, ਮੇਰੀ ਘਰ ਦੀ ਕਹਿੰਦੀ ਹੈ ਨਹੀਂ, ਇਹ ਗੁਰੂ ਕੋਲ ਜਾ, ਗੁਰੂ ਇਹਨਾਂ ਤੇ ਬਖਸ਼ਿਸ਼ਾਂ ਕਰੇਗਾ। ਮਹਾਰਾਜ ਕਹਿੰਦੇ, ਚਲੋ ਠੀਕ ਹੈ, ਜਾਂ ਅੱਜ ਤੋਂ ਬਾਅਦ ਇਹ ਰਾਜੇ ਬਣਨਗੇ। ਘਰ ਆਇਆ ਬੜਾ ਖੁਸ਼, ਆਪਣੀ ਘਰ ਦੀ ਨੂੰ ਕਹਿੰਦਾ, ਗੁਰੂ ਨੇ ਕਹਿ ਦਿੱਤਾ ਹੈ ਇਹ ਰਾਜੇ ਬਣਨਗੇ। ਕਹਿੰਦੇ, ਤੂੰ ਕਮਲੇ ਦਾ ਕਮਲਾ ਰਿਹਾ, ਇਹ ਰਾਜੇ ਬਣਨਗੇ, ਤੇਰੇ ਬੱਚੇ ਵਜ਼ੀਰ ਬਣਨਗੇ, ਜਾ ਦੁਬਾਰਾ ਗੁਰੂ ਦੇ ਕੋਲ। ਫਿਰ ਗੁਰੂ ਨੂੰ ਕਹਿ ਮੇਰਿਆਂ ਤੇ ਵੀ ਬਖਸ਼ਿਸ਼ ਕਰੋ। ਮਹਾਰਾਜ ਕੋਲ ਫਿਰ ਗਿਆ। ਮਹਾਰਾਜ ਜੀ ਉਹਨੂੰ ਕਹਿਣ ਲੱਗੇ, ਭਾਈ, ਕਹਿੰਦੇ ਮਹਾਰਾਜ ਮੇਰੇ ਬੱਚੇ। ਮਹਾਰਾਜ ਕੇ ਉਹ ਤੇ ਟਾਈਮ ਉਦੋਂ ਹੀ ਸੀ, ਹੁਣ ਤੇ ਬਖਸ਼ਿਸ਼ ਹੋ ਗਈ ਹੈ, ਹੁਣ ਤੇ ਇਹ ਰਾਜੇ ਹੀ ਬਣਨਗੇ। ਚੱਲ ਇਹ ਹੈ ਤੇਰੇ ਵਾਲੇ ਵੀ ਮਰਨਗੇ ਨਹੀਂ, ਭੁੱਖੇ ਨਹੀਂ ਮਰਨਗੇ, ਮਿਲੇਗਾ ਉਹਨਾਂ ਨੂੰ ਵੀ ਬਹੁਤ ਜਦੋਂ ਗੁਰੂ ਕਿਰਪਾ ਕਰਨ ਆਏ। ਆ ਜਿਹੜੀ ਜੀਂਦ ਦੀ ਰਿਆਸਤ ਹੈ ਔਰ ਮੰਨਿਆ ਜਾਂਦਾ ਹੈ ਨਾਭੇ ਦੀ ਜਿਹੜੀ ਰਿਆਸਤ ਹੈ, ਉਹ ਰਾਜੇ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੇ ਪਰਿਵਾਰ 'ਚੋਂ ਹੀ ਬਣੇ ਰਹੇ। ਇਹ ਗੁਰੂ ਦੀ ਕਿਰਪਾ। ਮਹਾਰਾਜ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ, ਜਾਓ ਤੁਹਾਨੂੰ ਉਹ ਸੰਗਤ ਦਿੱਤੀ, ਉਹ ਦੇਸ਼ ਦਿੱਤਾ, ਤੁਸੀਂ ਉੱਥੇ ਗੁਰੂ ਬਣੋ, ਉਹਨਾਂ ਨੂੰ ਨਾਮ ਜਪਾਵੋ। ਰਹੋ ਕੁਸ਼ਲ ਸੋ ਸਭ ਕੁਛ ਪਾਵੋ, ਉਨ ਪਰਲੋਕ ਮੈਂ ਨਿਜ ਡਿਗ ਕੀਨ। ਨਾਲੇ ਐਵੇਂ ਕਰੋ, ਉੱਥੇ ਸੁੱਖ ਪ੍ਰਾਪਤ ਕਰੋ, ਫਿਰ ਤੁਹਾਨੂੰ ਪਰਲੋਕ ਵਿੱਚ ਵੀ ਸੁੱਖ ਮਿਲੇਗਾ। ਇਹ ਨਹੀਂ ਇਸ ਲੋਕ ਵਿੱਚ, ਇਹ ਲੋਕ ਸੁਖੀਏ ਪਰਲੋਕ ਸੁਖੀ। ਸਾਧ ਸੰਗਤ, ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਗੰਗਾ ਤੇ ਇਸ਼ਨਾਨ ਕਰਨ ਲਈ ਜਾਂਦੇ ਹੁੰਦੇ ਸਨ, ਇੱਕ ਪੰਡਤ ਜੀ ਦਾ ਜ਼ਿਕਰ ਆਉਂਦਾ ਹੈ। ਉਹ ਪੰਡਤ ਜੀ ਵਿਦਿਆ ਜਾਣਦੇ ਸਨ, ਜੋਤਿਸ਼ ਵਿਦਿਆ। ਉਹ ਮਹਾਰਾਜ ਜੀ ਦੇ ਜਿੰਨੇ ਵੀ ਗ੍ਰਹਿ ਨਛੱਤਰ ਸਨ, ਪੈਰਾਂ ਹੱਥਾਂ ਦੇ ਚਿੰਨ੍ਹ ਵੇਖ ਕੇ ਮਹਾਰਾਜ ਜੀ ਨੂੰ ਕਹਿੰਦੇ ਨੇ, ਜਾਂ ਤੇ ਤੁਸੀਂ ਚੱਕਰਵਰਤੀ ਰਾਜੇ ਬਣੋਗੇ, ਤੇ ਜਾਂ ਫਿਰ ਚੱਕਰਵਰਤੀ ਰਾਜੇ ਬਣੋਗੇ, ਜਾਂ ਫਿਰ ਤੁਸੀਂ ਕੋਈ ਤਕੜੇ ਅਵਤਾਰ ਬਣੋਗੇ। ਮਹਾਰਾਜ ਜੀ ਕਹਿੰਦੇ ਨੇ, ਹਜੇ ਤੇ ਮੈਂ ਕੁਛ ਵੀ ਨਹੀਂ, ਨਾ ਚੱਕਰਵਰਤੀ ਰਾਜਾ, ਨਾ ਹਜੇ ਤਾਈਂ ਮੈਂ ਕੋਈ ਅਵਤਾਰ ਆ। ਕਹਿੰਦੇ ਬਣੋਗੇ ਜ਼ਰੂਰ। ਮਹਾਰਾਜ ਕਹਿੰਦੇ ਲੈ ਫਿਰ ਆਪਣੀ ਦਕਸ਼ਿਣਾ ਲੈ ਲਾ। ਕਹਿੰਦਾ ਹਜੇ ਨਹੀਂ ਲੈਣੀ, ਜਦੋਂ ਬਣੋਗੇ ਉਦੋਂ ਲਵਾਂਗਾ। ਜਦੋਂ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ, ਉਹ ਆਇਆ ਫਿਰ ਮਹਾਰਾਜ ਜੀ ਦੇ ਕੋਲ। ਮਹਾਰਾਜ ਜੀ ਕਹਿੰਦੇ ਮੰਗ ਪਈ। ਕਹਿੰਦੇ ਮਹਾਰਾਜ ਕਰਾਂ ਕੀ, ਮੈਂ ਹਜੇ ਮੁਸ਼ਕਲ ਦੇ ਵਿੱਚ ਆ। ਜੇ ਤੇ ਮੈਂ ਤੁਹਾਡੇ ਕੋਲ ਦੁਨੀਆ ਦੇ ਪਦਾਰਥ ਮੰਗਦਾ, ਮੈਨੂੰ ਪਤਾ ਹੈ ਪਰਲੋਕ ਵਿੱਚ ਦੁੱਖ ਮਿਲੇਗਾ। ਜੇ ਪਰਲੋਕ ਦੇ ਸੁੱਖ ਮੰਗ ਲੈਣਾ, ਇਹ ਜ਼ਿੰਦਗੀ ਦੁਖੀ ਚਲੀ ਜਾਏਗੀ, ਬੱਚੇ ਰੋਣਗੇ, ਖਾਣ ਨੂੰ ਕੁਛ ਨਹੀਂ ਮਿਲੇਗਾ। ਫਿਰ ਸਾਹਿਬ ਜੀ ਕਹਿੰਦੇ ਨੇ ਚੱਲ ਐਵੇਂ ਕਰ, ਅੱਜ ਤੋਂ ਬਾਅਦ ਤੈਨੂੰ ਲੋਕ ਵੀ ਦਿੱਤਾ ਤੇ ਪਰਲੋਕ ਵੀ ਦਿੱਤਾ, ਜਾਂ ਦੋਵੇਂ ਸੀ।
इस करके गुरबाणी कहती है जदों मनुख नाम जपदा है पहलां तो ये लोक सुखी हुंदा है, पर लोक की गल तो अगली है। रब दा नाम लै लैके बंदगी कर करके पहला ये लोक सुखी हो जाता है। ताई बाणी ने कहा यह लोक सुखीए परलोक सुखी। घर सुख वसिया बाहर सुख पाए। पहला तो गुरु की बंदगी इत्थों दे सुख दिंदी है। जे गुरु की बंदगी करके परमेश्वर की बंदगी करके इत्थे ही दुखी रहा मनुख, फिर परलोक का भी की करे। पहला इत्थे मन सुखी तन सुखी। इस करके महाराज जी कहते ने सावण मल तेनू ये दुनिया के सुख भी दिते ने और परलोक के सुख भी दे दिते हैं। निर्भय फिरो सब भूत प्रेत जे डाकन आद सुख होत अधीन। महाराज जी कहते तू निर्भव होके बस, किसे भूत प्रेत डाकुआं का तेनू कोई खतरा नहीं, सारे तेरे ही अधीन चलणगे। गुपत रहत जे शकत जुगत बड़ मम बख्शीश ते तुझ दिख आए। महाराज जी कहते जड़ियाँ गुप्त शक्तियां भी ने जड़ियाँ विखदियाँ नहीं वो भी तेरे अधीन रहणगियां, हमेशा तुहाडे कोल कोल ही रहणगियां। चित मह कहो करावो तिन ते नह आज्ञा को सकह मिटाए। अपने चित्त दे विच जो जो भी सोचते रहोगे वो शक्तियां तुहाडे अनुसार ही कम करदियां रहणगियां। निस दिन सेवै सगरे तो कहो मम सेवा ते एहो फल पाए। महाराज जी कहते तुसी साडी आग्या मन्नी सी, साडी सेवा का फल तुहानू ये मिलिया है। हुण जिन्ने भी उत्थों दे लोक ने वो तुहाडे वस विच रहणगे। महाराज बाणी च कहंदे ने सतगुर की सेवा सफल है जे को करे चित लाए। गल इन्नी है चित ला के करे, सेवा तो सफल हुंदी है, नाम जपिया सफल हुंदा है, पर चित ला के करे। जेड़े मनुख जिन्ने भी काम असी जिंदगी विच करते हैं, कोई दुकान ते करता है, कोई खेत विच करता है, किसी का बिजनेस है, कोई नौकरी करता है, जे वो चित ला के नहीं करता बिजनेस भी फेल हो जाते हैं, काम भी फेल हो जाते हैं, नौकरियां भी छुट जाती। मनुख बाहरी जिन्ने भी काम करता है बड़ा चित ला के करता है, बड़े ध्यान नाल ला के करता है। यदि थोड़ी जी बदकिस्मती ये है ये रब का नाम चित ला के नहीं जपदा, सोचता है चलो कर लवांगे रब केड़ा हजे, क्योंकि बाहरी काम ने कोई काम कर रहे हैं अज दिहाड़ी करांगे अज ही मजदूरी मिल जाएगी। रब का नाम ही जपदे मजदूरी तो उदों ही मिल जाती है, जिंदगी दे विच कई बारी लेट भी प्रगट होती है। महाराज कहते ने परमात्मा तो ऐसा है ਉਹਦੇ अर्थ तू एक वारी भी जबान तो जे रब का नाम ले लेगा, जे ਉਹਦੇ अर्थ एक तिला भी भन देवेगा वो तेरे तिले भनन का भी फल नहीं रखता। एक तिल नहीं भनना काले, एक तिल जिन्नी घाल भी तेरी वो थाएं पा देगा, ऐसा है। सिर्फ ਉਹਦੇ अर्थ मनुख नाम जपे चित ला के जपे। जे वो जिंदगी विच राम राम वाहिगुरु वाहिगुरु कर रहे हैं चित ला के करे, शब्द उच्चारण कर रहे हैं चित ला के करे। सारिया कामां मनुख गड्डी चलाउंदा है, ड्राइवरी करता है पूरे ध्यान दे नाल, गुरबाणी पढ़ रहे है कोई ध्यान नहीं। ध्यान किते है गुरबाणी किते है। जे मनुख किते एवें गड्डी विच कर ले अपना ध्यान किते लै जाए, गड्डी किते लै जाए, गड्डी 2 किलोमीटर नहीं चलेगी। फिर असी ये किवें आस रखते हैं जेड़े रब का नाम लै रहे हैं, मन किते है बाणी किते है कि वो 2 किलोमीटर कोई फल देवेगी नहीं देगी। इस करके अपनी जिंदगी दे विच जिथे होर समय का समा निर्धारित किया है, रब के नाम का भी समा निर्धारित करिए। भाई 1 घंटा मैं जपना, किसी ने मैनू छेड़ना नहीं, अद्धा घंटा जपना छेड़ना। महाराज ते बाणी विच कहंदे ने कबीर एक घड़ी आधी घड़ी
आदि हूँ फुन आद। किते तू 5 मिनट भी आदि हूँ फुन आद, घड़ी दी अध अध तो अध 5 मिनट बनते हैं, 4-5 मिनट। आदि हूँ फुन आद, भगतन सेती गोष्ठे, जो कीनो सो लाभ। किते भी परमेश्वर दे अर्थ तू नाम जप लिया, अज जप लेगा, बीज अज बोलेगा, फल तेनू मिलेगा जरूर। वो वखरी गल है, अज बीज धरती विच बोईए, फल अज नहीं। एक जिमीदार जिहड़े फसल उगाउंदे ने, अजीरियां हुण चौल आ रहे ने मंडी दे विच कि कल बोए सन, नहीं 6 महीने हो गए ने बोए, फल हुण 6 महीने बाद मंडी च आया। महाराज इस करके बाणी दे विच कहंदे ने, कहंदे रब दा नाम जप चित ला के जप। और जदों मनुख चित ला के जपदा है, फिर मनुख की जिंदगी बदलती भी है। जदों इस दुनिया तो जांदा उन्होंने डर भी कोई नहीं। जिवें ਜਿਹੜੇ बच्चे स्कूल दे विचों आके ਜਿਹੜਾ स्कूल का होमवर्क मिलिया ਹੁੰਦਾ है, जे ਉਹਨੂੰ कर ਲੈਂਦੇ ਨੇ, सवेरे खुश होके स्कूले जाते हैं। जिन्हों ने नहीं किया हुंदा डरते डरते जाते हैं स्कूले, पता नहीं मैडम ने कहना की है, पता नहीं टीचर ने कहना की है, क्यों होमवर्क नहीं किया। इस दुनिया ते मनुख आया है, परमात्मा ने इनू होमवर्क दिता है, जेड़े नहीं कर रहे डरते डरते रहते हैं, सारी जिंदगी डरदे निकलती है। इनू कबीर साहब ने कहा, कबीर क्या जाना कि मरेंगे, कैसा मरना होए, जेकर साहिब मन होना विसरे, तां सहेला मरना। जे किते रब दा नाम चेते विच रहा, सहेला रहेगा, चिंता नहीं रहेगी, ना मरण की चिंता, न्यों जिउण की आशा। इस करके महाराज जी उन्होंने कहते ने, ये तू सेवा की है, ये तेनू एदा फल मिले है, तू ये नाम जपे है, तेनू एदा फल मिले है। और साध संगत महाराज जी बाणी च कहते ने, जिन्हां ने भी नाम जपे है, वो जिंदगी विच अमर हो गए। जिनी नाम ध्याया गए मशक्कत काल। मशक्कत का मतलब होंदा है मेहनत। नाम जपना भी एक मेहनत है और कठिन मेहनत है। फिर की होया, नाम जप के मेहनत की, अपना ही पार उतारा नहीं होया, नाल रहन वाले भी उतर गए। परिवार दे विच नाल रहिंदे सी, उन्हां दा भी पार उतारा हो गया। जेड़े शहर च रहिंदे सी, उन्हां दा भी पार उतारा हो गया। जिनी नाम ध्याया गए मशक्कत काल, नानक ते मुख उजले, केती छुट्टी नाल। पता नहीं किन्नी दुनिया उन्हां दे नाल छुट जाती है। एक रविदास जी, रविदास ढवंता ढोर नीत, तिन त्यागी माया। एक रविदास जी ने, जात भी छोटी है, और गुरबाणी दे विच कहंदे ने, मेरा कर्म कुटिलता जन्म कुवंती। मेरा ते परमात्मा कम भी माड़ा है, मरे हुए पशुओं नूं मैं रोज़ ढोना। रविदास ढवंता ढोर नीत, रोज़ दी रोज़ मरे हुए पशु ढोंदे सी, पर वो पशु ढोंदियां भी नाम जपते रहंदे सी। रविदास अमर हो गए, अज तई अमर ने। किन्ने साल हो गए ने, 400-500-600 साल हो गए ने, अज तई अमर ने। कारण की सिर्फ नाम। प्रभु की बंदगी का मनुख नूं फल मिलता है। अज आप जी संगत विच आ रहे हो, फल ये मिलणगे, अज नहीं मिलणगे, कल मिलणगे। बीज ते बीज रहे हैं, चंगा बीज बीज रहे हैं, फल मिलेगा जरूर। अज नहीं मिलेगा, कल मिलेगा, मिलता जरूर है। बन गुर चरण पुजावो सबते, अपरन शंका कछ मन ल्याए। महाराज कहते भाई सावन मल, उत्थे जाके अपना गुरु बन के तू बह जाए, तेरे मन दे विच कोई भी शंका ना आए, तू हमेशा जिंदगी दे विच गुरु गुरु जपदा रहे। मम रुमाल ते सिद्धा सगरी, भयो तोहे मन तिन महलीन। महाराज जी कहते जेड़ियां मेरे रुमाल विच सिद्धियां सी, हुण वो तेरे मन विच चली जांदी। तेरे मन दे विच भी जेड़ा भी संकल्प उठेगा, नाल दी नाल वो पूरा हो जाया करेगा। पाए भयो अंकार तिन्हु ते, भगत पंथ ते होयो हीन। महाराज कहंदे ने, असल च गल ये हुई,
तेरे मन दे विच हंकार आ गया, वो हंकार आउण करके तू भगती तो दूर हो गया। तू भगती तो दूर होया, भगती तो हीणा होया, तां करके सानू ये करना पिया। क्योंकि जेड़े मनुख भगती तो हीणे हो जाते हैं, जिंदगी फिर उन्हां दी तकलीफां विच ही गुजरदी है। गत पर लोक बिगड़े हैं तिन ते, याते मैं सब लीनस चीन। महाराज कहते ने इसे करके मैं तेरे तो खोईया साध संगत। कई बारी परमात्मा साडे तो कोई चीज़ लै जाता है, मनुख रोंदा तो है, विलाप तो करता है, पर गुरु जी कहते ने असल च कई बारी वो लैंदा भी तां है कि तेरा आउण वाला अग्गा ही ना खराब हो गया। कई बारी मनुख गुरु के द्वारे भी आउंदा है, सिमरन भी करता है, सोचता है मेरे नाल ही ये तकलीफां क्यों। वो ਜਿਹੜੀਆਂ तकलीफां ने परमात्मा वो भी किते ना किते दुख कट रहा हो। जिमें साध संगत गुरु नानक देव जी के टाइम दो मनुख इकट्ठे ही एक पिंड च रहिंदे सी। दोवां ने रोज़ सवेरे निकलना, एक ने सत संगत करन जांदा सी, एक ने रोज़ वेशवा गमन करना, वेशवावां दी बस्ती विच जांदा सी। हुण निकलदे पिंड चों इकट्ठे सन, राज दोवें वक्खो वखरे हो जांदे सी। एक दिन वो कहंदा है जिहड़ा वेशवां दे द्वारे जांदा है, जिहड़ा संगत विच जांदा है, उहनूं कहण लगा कहंदे असल दे विच भाई गुरमुखा तू रोज़ संगत विच जाना है, तैनूं उत्थों की मिले। कहंदे चल अजी दोवों जने अज जावांगे, वेखदे हां तैनूं की मिलदा ते मैनूं की मिलदा। फिर जे तैनूं अज कुछ ना मिलिया, मैनूं मिल गया, फिर तू मेरे नाल चलिया करी, जे मैनूं कुछ ना मिलिया मैं तेरे नाल संगत च चला करा। कहं चलो ठीक है, चले गए। हुण जिहड़ा वेशवावां दी बस्ती विच गया सी, वो पहलां आ गया, एक दरख्त थल्ले बैठ गया। मनुख की आदत है जिथे बैठ जाता है कुछ ना कुछ हथ पैर मारता ही रहिंदा है। वो हथ पैर मारदियां मारदियां रेत उन्हें पुट्टी, थल्लों एक घड़ा निकलिया। वो घड़े दे विच एक सोने की मोहर निकली, बड़ा खुश होया। देखो नाले तो कोई संगत की, नाले सोना लभ गया। हुण जिहड़ा संगत चों आ रहा सी, आउंदियां आउंदियां उहदे पैर विच सूल वजी, खून खून हो गया पैर। आके दोवें जने दरख्त के थल्ले बैठ गए, आपस दे विच विचारां करदे ने तैनूं की मिलिया। आंदा वेख मैनूं अज सोने की मोहर मिली, तैनूं कहंदे मैनूं मिलिया तो कुछ नहीं, सगों होर उल्टा नुकसान हो गया पैर दे विच कंडा विच। वो हस पिया जिहड़ा कुसंगत विच जांदा सी। कहंदे वेख्या मैं तो तैनूं पहलां ही आख्या कुछ नहीं हुंदा इन्हां संगतां दे विच, कुछ नहीं लभदा हुंदा इत्थों, तू मेरे नाल चलिया कर। लोकी कहंदे ने ये जग मिठा अगला कि नहीं डिठा, एवें कहंदे ने लोग। मिठा भी कित्थे है, ये तो इत्थे ही कोड़ा है, अगली तो मिठे वाली तो गल ही नहीं। कहंदे चल ठीक है, कहंदे जावांगा मैं तेरे नाल जरूर, पर एक बारी गुरु नानक तो फैसला करा लईए। मैं उन्हां दी संगत विच जाना। चले गए, गुरु नानक साहब बाग विच बैठे सी, दोवें गए। महाराज जांदियां नूं मुस्कुरा रहे, गुरु तो जानदा है पुछण की आए ने। कहंदे महाराज एक फैसला कराउण लई आए आ, ये माड़े कर्म करदा है, कुसंगत विच जांदा है, इहदा फिर भी वाधा होई जा रहा। आपां कई वारी वेखदे भी हाँ, लोकी कई बारी ये कहंदे भी ने, मैनूं भी बड़ी बारी सवाल ये करते हैं, अब्बा जी फलाने ने तो नाम जपिया ही नहीं, ਉਹਦਾ तो दिन प्रति दिन उन्नति होई जाती है, अगे ही वधी जाता है। असी घाटे 'च जाने, असी रोज़ रोज़ नाम भी जप रहे हैं, असी बंदगी भी करते हैं, असी फिर घाटे 'च। मनुख का ये सवाल रोज़ है। महाराज कह लगे भाई आ जिहड़ी तेनू एक मोहर लभी है, एक नहीं सी लभनी, तेनू तो एक घड़ा ही मोहरां दा लभना सी। पर जेड़े तेरे कर्म बने हुए सी कोई पिछले जन्मां दे, तू ये माड़े कर्म कर करके इन्हां नूं काला कर लिया है। सारे सोने दियां मोहर कोला बन गई ने, आ इक्को तेरे हिस्से दी बची है। कहते चलो मेरा तो ठीक है, ये ते कर्म ठीक होने चाहिए ने, जिहड़ा सत संगत विच आउंदा है। ये क्यों? महाराज कहंदे ने ये अज दे दिन इन्हें सूली ते चढ़ना सी, पर संगत करन करके रब ने इनू समा बख्शिया है। इहदी सूली तो
ਪੈਰ ਦੀ ਸੂਲ ਬਣ ਗਈ ਹੈ। ਇਹ ਤਾਂ ਇਹ ਸੰਗਤ ਦਾ ਫਲ ਇਹਨੂੰ ਮਿਲਿਆ। ਇਹ ਰੋਜ਼ ਰੋਜ਼ ਸੰਗਤ ਵਿੱਚ ਆਉਂਦਾ ਸੀ, ਸੂਲੀ ਤੋਂ ਸੂਲ ਬਣ ਗਈ ਹੈ। ਤੈਨੂੰ ਅੱਜ ਦੇ ਦਿਨ ਇਹ ਪੂਰਾ ਘੜਾ ਮੋਹਰਾਂ ਦਾ ਲੱਭਣਾ ਸੀ, ਇਹ ਤੇਰੀ ਰਹੀ ਇੱਕ ਗਈ ਹੈ। ਸਾਧ ਸੰਗਤ, ਜਦੋਂ ਮਨੁੱਖ ਰੱਬ ਤੋਂ ਵਿਛੜਦਾ ਰਹਿੰਦਾ ਹੈ, ਉਹਦੇ ਚੰਗੇ ਕਰਮ ਘਟੀ ਜਾਂਦੇ ਨੇ। ਘਟਦਿਆਂ ਘਟਦੇ ਜਿੱਦਣ ਐਂਡ ਦੇ ਵਿੱਚ ਪੂਰੇ ਘਟ ਜਾਂਦੇ ਨੇ, ਲੋਕੀ ਇੱਕਦਮ ਹੀ ਥੱਲੇ ਡਿੱਗਦੇ। ਪਰ ਜਿਉਂ-ਜਿਉਂ ਕਰਮ ਵੱਧਦੇ ਰਹਿੰਦੇ ਨੇ, ਕਰਮ ਵੱਧਦੇ ਰਹਿੰਦੇ ਨੇ, ਜ਼ਿੰਦਗੀ ਵਿੱਚ ਉન્નਤੀ ਵੱਧਦੀ ਰਹਿੰਦੀ ਹੈ। ਇਸ ਕਰਕੇ ਮਹਾਰਾਜ ਬਾਣੀ 'ਚ ਕਹਿੰਦੇ ਨੇ, ਜੇ ਜ਼ਿੰਦਗੀ ਦੇ ਵਿੱਚ ਕੁਝ ਲੈਣਾ ਹੈ ਫਿਰ ਸੰਗਤ ਕਰ। ਔਰ ਮਹਾਰਾਜ ਨੇ ਤੇ ਇਹ ਵੀ ਕਿਹਾ, ਸੰਗਤ ਵੀ ਕੋਈ ਹਰੇਕ ਮਨੁੱਖ ਨਹੀਂ ਪਾਉਂਦਾ, ਵੱਡ ਭਾਗੀ ਹਰ ਸੰਗਤ ਪਾਵੇ। ਜਿਹਦੇ ਕੋਈ ਭਾਗ ਵੱਡੇ ਨੇ ਉਹਨੂੰ ਸੰਗਤ ਮਿਲਦੀ ਹੈ। ਮਹਾਰਾਜ ਜੀ ਕਹਿੰਦੇ ਨੇ, ਉਹਨੂੰ ਸਾਵਣ ਮਲ ਨੂੰ ਕਹਿ ਲਣਗੇ, ਭਾਈ ਸਾਵਣ ਮਲ, ਜੇ ਤੂੰ ਕਿਤੇ ਹੰਕਾਰ ਵਿੱਚ ਪੈ ਜਾਂਦਾ, ਤੂੰ ਗੁਰੂ ਦੀ ਸੇਵਾ ਕੀਤੀ ਹੈ, ਤੇਰੇ ਕਰਮ ਨਾਸ ਹੋ ਜਾਣੇ ਸੀ। ਇਸ ਕਰਕੇ ਗੁਰੂ ਕਈ ਵਾਰੀ ਅਸੀਂ ਸੰਗਤ ਦੇ ਵਿੱਚ ਵੀ ਆਉਂਦੇ ਹਾਂ, ਇਹਦਾ ਫਲ ਸਾਨੂੰ ਇਹ ਮਿਲਦਾ ਹੈ, ਪਰਮਾਤਮਾ ਸਾਡੀ ਮਾੜੇ ਕਰਮਾਂ ਤੋਂ ਰੱਖਿਆ ਕਰਦਾ ਹੈ। ਉਹ ਕਈ ਵਾਰੀ ਕੁਝ ਨਹੀਂ ਵੀ ਦਿੰਦਾ, ਇਹਦੇ ਵਿੱਚ ਵੀ ਭਲਾ ਹੈ। ਤਾਂ ਹੀ ਮਹਾਰਾਜ ਨੇ ਬਾਣੀ 'ਚ ਕਿਹਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਚੰਗਾ ਲੱਗਦਾ ਪਰਮੇਸ਼ਰ, ਉਹ ਚੰਗੇ ਕਿਉਂ, ਤੈਨੂੰ ਤੇ ਪਤਾ ਹੈ ਅੱਜ ਤੋਂ 50 ਸਾਲਾਂ ਬਾਅਦ ਕੀ ਹੋਣਾ ਹੈ, ਸਾਨੂੰ ਤੇ ਅਗਲੇ ਮਿੰਟ ਦਾ ਨਹੀਂ ਪਤਾ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਹੇ ਪਰਮਾਤਮਾ, ਮੇਰੀ ਮੱਤ ਨਹੀਂ ਜਾਣਦੀ, ਮੇਰੀ ਤੇ ਮੱਤ ਹੀ ਛੋਟੀ ਜੀ ਹੈ। ਇੱਕ ਬੂੰਦ ਸਾਗਰ ਦੇ ਬਾਰੇ ਕੀ ਜਾਣਦੀ ਹੈ? ਕੁਝ ਵੀ ਨਹੀਂ। ਇਸ ਕਰਕੇ ਮਨੁੱਖ ਦੀ ਮੱਤ ਛੋਟੀ ਹੈ। ਜਦੋਂ ਤੇ ਰੱਬ ਇਹਨੂੰ ਦਿੰਦਾ ਹੈ, ਉਦੋਂ ਇਹ ਹੱਸ ਪੈਂਦਾ ਹੈ। ਜਦੋਂ ਇਹਦੇ ਤੋਂ ਮਾੜਾ ਕੁਝ ਜਾਂਦਾ ਹੈ, ਇਹ ਰੋਣ ਲੱਗ ਪੈਂਦਾ ਹੈ। ਮਹਾਰਾਜ ਕਹਿੰਦੇ, ਰੋ ਨਾ, ਉਹਨੇ ਤੇਰੇ ਤੋਂ ਕੁਝ ਲਿਆ ਹੈ, ਇਹਦੇ ਵਿੱਚ ਵੀ ਕੋਈ ਨਾ ਕੋਈ ਉਸਨੇ ਤੈਨੂੰ ਬਚਾਇਆ ਹੀ ਹੈ। ਰੱਖਿਆ ਕਰੀ ਸਕਲ ਬਿਦ ਤੇ ਤੋ, ਅਬ ਸਿਮਰਹੁ ਸਤਨਾਮ ਪਰਬੀਨ। ਮਹਾਰਾਜ ਕਹਿਣ ਲੱਗੇ, ਭਾਈ ਸਾਵਣ ਮਲ, ਮੈਂ ਤੇਰੀ ਬੜੇ ਤਰੀਕੇ ਨਾਲ ਹੁਣ ਇਹ ਰੱਖਿਆ ਕੀਤੀ ਹੈ। ਹੁਣ ਤੂੰ ਇੱਕ ਕੰਮ ਕਰ, ਰੋਜ਼ ਦੀ ਰੋਜ਼ ਸਤਨਾਮ ਜਪਿਆ ਕਰ, ਰੋਜ਼ ਦੀ ਰੋਜ਼ ਸਤਨਾਮ ਦਾ ਸਿਮਰਨ ਕਰ। ਇਸ ਦੇ ਨਾਲ ਤੇਰੀ ਜ਼ਿੰਦਗੀ, ਕਿਉਂਕਿ ਸਾਧ ਸੰਗਤ, ਸਿਮਰਨ ਸ਼ਬਦ ਦਾ ਮਤਲਬ ਹੈ, ਸੰਸਕ੍ਰਿਤ ਦਾ ਇਹ ਸ਼ਬਦ, ਇਹ ਸੰਸਕ੍ਰਿਤ ਵਿੱਚ ਕਹਿੰਦੇ ਨੇ ਸਿਮਰਨ, ਔਰ ਫਾਰਸੀ ਵਿੱਚ ਕਹਿੰਦੇ ਨੇ ਯਾਦ, ਪੰਜਾਬੀ ਵਿੱਚ ਕਹਿੰਦੇ ਨੇ ਚੇਤੇ। ਤਿੰਨੇ ਸ਼ਬਦ ਅੱਡੋ ਅੱਡ ਨੇ, ਮਤਲਬ ਇੱਕੋ ਹੀ ਹੈ, ਯਾਦ ਕਰੋ। ਯਾਦ ਕਿਹਨੂੰ ਕਰੀਏ? ਜਿਹਨੂੰ ਭੁੱਲੇ ਹੋਏ ਆ। ਔਰ ਜਿਹਨੂੰ ਭੁੱਲੇ ਹੋਏ ਆ, ਜੇ ਉਹਨੂੰ ਯਾਦ ਕਰੀਏ, ਉਹ ਸਭ ਕੁਝ ਦੇ ਵੀ ਦਿੰਦਾ। ਯਾਦ ਕਰੀਏ। ਬਾਣੀ ਨੇ ਤਾਂ ਹੀ ਕਿਹਾ ਹੈ, ਜਿਸ ਦਿਨ ਪਰਮਾਤਮਾ ਦੀ ਯਾਦ ਵਿਛੜ ਜਾਂਦੀ ਹੈ, ਰੋਗ ਆਉਂਦੇ ਹੀ ਉਦਣ ਨੇ। ਪਰਮੇਸ਼ਰ ਦੇ ਭੁੱਲਿਆਂ, ਉਹਨੂੰ ਭੁੱਲ ਜਾਈਏ। ਔਰ ਵਿਦਵਾਨ ਇਹ ਕਹਿੰਦੇ ਨੇ, ਕਹਿੰਦੇ ਤੂੰ ਪਰਮੇਸ਼ਰ ਨੂੰ ਗਵਾਇਆ ਨਹੀਂ ਹੈ, ਗਵਾ ਨਹੀਂ ਸਕਦਾ, ਭੁੱਲਿਆ ਭੁਲਾਇਆ। ਮਨੁੱਖ ਪਰਮੇਸ਼ਰ ਨੂੰ ਭੁਲਾ ਸਕਦਾ ਹੈ, ਗਵਾ ਨਹੀਂ ਸਕਦਾ। ਉਹ ਤੇ ਉਹਦੇ ਅੰਦਰ ਹੀ ਹੈ, ਗਵਾਏਗਾ ਕਿੱਥੇ? ਗਵਾਇਆ ਨਹੀਂ ਹੈ, ਭੁਲਾਇਆ। ਜਿਵੇਂ ਮਿਰਗ ਦੇ ਅੰਦਰ ਕਸਤੂਰੀ ਹੈ, ਖੁਸ਼ਬੂ ਉਹਦੇ ਅੰਦਰ ਹੈ, ਸਾਰੀ ਉਮਰ ਬਾਹਰ ਭਾਲਦਾ ਰਹਿੰਦਾ ਹੈ। ਕਸਤੂਰੀ ਗਵਾਈ ਨਹੀਂ ਹੈ, ਹੈ ਉਹਦੇ ਅੰਦਰ ਹੀ ਹੈ, ਲੱਭ ਬਾਹਰ ਰਿਹਾ ਹੈ। ਉਹਦਾ ਲੱਭਣਾ ਗਲਤ ਹੈ। ਸੁੱਖ ਮਨੁੱਖ ਦੇ ਅੰਦਰ ਹੈ, ਆਨੰਦ ਮਨੁੱਖ ਦੇ ਅੰਦਰ ਹੈ, ਭਾਲ ਇਹਦੀ ਬਾਹਰ ਦੀ ਹੈ। ਬਸ ਇਸ ਕਰਕੇ ਇਹਨੇ ਰੱਬ ਨੂੰ ਭੁਲਾਇਆ ਹੋਇਆ ਹੈ। ਜਿਸ ਨੇ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ, ਸਾਧ ਸੰਗਤ, ਉਹਦੀ ਜ਼ਿੰਦਗੀ ਦੁੱਖਾਮਈ ਹੈ, ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹਨ। ਇਸ ਵਿਦ ਆਪਣੋ ਜਾਣ ਕੈ, ਸੁਖ ਦੀਨਸ ਦੋਏ ਲੋਕ। ਇਸ ਕਰਕੇ ਤੈਨੂੰ ਆਪਣਾ ਜਾਣ ਕੇ ਦੋ ਲੋਕਾਂ ਨੇ ਮੈਨੂੰ ਦੁੱਖ ਦਿੱਤੇ ਨੇ, ਦੋ ਲੋਕਾਂ ਦੇ ਤੈਨੂੰ ਸੁੱਖ ਦਿੱਤੇ ਨੇ। ਹੋ ਸਕਦਾ ਸੀ ਜੇ ਤੂੰ ਰੁਮਾਲ ਦੇ ਹੰਕਾਰ ਵਿੱਚ ਪੈ ਜਾਂਦਾ, ਤੇਰੀ ਸਾਰੀ ਜ਼ਿੰਦਗੀ ਹੀ ਬਰਬਾਦ ਹੋ ਜਾਣੀ ਸੀ। ਧੰਨ ਧੰਨ ਸ਼੍ਰੀ ਅਗੁਰ ਅਮਰ, ਸਿਮਰੋ ਕਰੈ ਅਸ਼ੋਕ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਧੰਨ ਧੰਨ ਗੁਰੂ ਅਮਰਦਾਸ ਜੀ, ਜਿਨ੍ਹਾਂ ਨੂੰ ਯਾਦ ਕੀਤਿਆਂ ਹੀ ਮਨੁੱਖ ਦੇ ਸਾਰੇ ਦੁੱਖ ਦੂਰ, ਸੋਗ ਦੂਰ ਹੋ ਜਾਂਦੇ ਹਨ। ਜੁਗ ਲੋਕਨ ਸੁਖ ਦਾਤ ਲਹੈ,
ਸਾਵਣ ਮਲ ਹਰ ਖਾਏ। ਦੋ ਲੋਕਾਂ ਦੀਆਂ ਦਾਤਾਂ ਲੈ ਕੇ ਸਾਵਣ ਮਲ ਬੜਾ ਖੁਸ਼ ਹੋਇਆ, ਆਪਣੇ ਮਨ ਵਿੱਚ ਬੜਾ ਪ੍ਰਸੰਨ ਹੋ ਰਿਹਾ ਹੈ। ਮਹਿਮਾ ਜਾਨੀ ਗੁਰੂ ਕੀ ਅਪਰ ਨ ਕੋ ਅਤਕਾਏ। ਮਨ ਦੇ ਵਿੱਚ ਮਹਿਮਾ ਜਾਣ ਲਈ ਮੇਰੇ ਗੁਰੂ ਤੋਂ ਵੱਡਾ ਹੁਣ ਕੋਈ ਨਹੀਂ ਹੈ। ਵਿਸ਼ਵਾਸ ਦ੍ਰਿੜ ਹੋ ਗਿਆ। ਸਾਧ ਸੰਗਤ, ਕਈ ਵਾਰੀ ਐਸਾ ਹੁੰਦਾ ਹੈ ਮਨੁੱਖ ਗੁਰੂ ਦੇ ਦੁਆਰੇ ਆਉਂਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਹੈ, ਗੁਰੂ ਦਾ ਦਿੱਤਾ ਹੋਇਆ ਨਾਮ ਜਪਦਾ ਹੈ, ਜਪਦਿਆਂ ਉਹਨੂੰ ਅੰਦਰੋਂ ਮਹਿਸੂਸ ਹੋ ਜਾਂਦਾ ਹੈ ਮੇਰੇ ਨਾਲ ਇਹ ਗੱਲ ਅੱਜ ਚੰਗੀ ਹੋ ਗਈ, ਇਹਦਾ ਕਾਰਨ ਗੁਰੂ ਹੈ। ਫਿਰ ਮਨੁੱਖ ਕਦੀ ਵੀ ਪਰਮੇਸ਼ਰ ਦਾ ਪੱਲਾ ਨਹੀਂ ਛੱਡਦਾ ਹੈ। ਜਥਾ ਜੋਗ ਸ੍ਰੀ ਸਤਿਗੁਰ ਕੀਨਸ ਮਮ ਮਨ ਕੋ ਨਾਸਿਓ ਅਹੰਕਾਰ। ਹੁਣ ਕਹਿੰਦਾ ਮਹਾਰਾਜ ਇਹ ਤੁਸੀਂ ਬਿਲਕੁਲ ਠੀਕ ਕੀਤਾ, ਮੇਰੇ ਤੋਂ ਜਿਹੜਾ ਰੁਮਾਲ ਉਹ ਖੋਹ ਲਿਆ। ਕਿਉਂ? ਇਸ ਦੇ ਖੋਹਣ ਦੇ ਨਾਲ ਮੇਰੇ ਮਨ ਦਾ ਹੰਕਾਰ ਦੂਰ ਹੋ ਗਿਆ ਹੈ। ਸੰਗਤ ਦਈ ਗੁਪਤ ਬਸ ਹੋਏ ਕਾਰਜ ਸਗਰੇ ਦਏ ਸੁਧਾਰ। ਮਹਾਰਾਜ ਜੀ ਆਪ ਜੀ ਨੇ ਮੈਨੂੰ ਗੁਪਤ ਰੂਹਾਂ, ਗੁਪਤ ਸ਼ਕਤੀਆਂ ਦਿੱਤੀਆਂ, ਨਾਲ ਦੀ ਨਾਲ ਸਾਰੀਆਂ ਦਾਤਾਂ ਦੇ ਦਿੱਤੀਆਂ। ਮੈਂ ਤੇ ਪਾਪ ਵੀ ਬੜਾ ਕੀਤਾ। ਹੁਣ ਸਾਧ ਸੰਗਤ, ਕਿਸੇ ਮਨੁੱਖ ਨੂੰ ਅਸੀਂ 50,000 ਵੀ ਦੇ ਦਈਏ, ਜੇ ਮੁੜ ਕੇ ਉਹ ਮੋੜੇ ਨਾ, ਅਸੀਂ ਕਿੰਨੇ ਗੁੱਸੇ ਹੁੰਨੇ ਆ। ਸਾਰੀ ਉਮਰ ਉਸ ਦੇ ਨਾਲ ਬੋਲਦੇ ਨਹੀਂ। ਪਰ ਗੁਰੂ ਵੇਖੋ ਕਿੱਡਾ ਮਨੁੱਖ, ਗੁਰੂ ਦੇ ਦਿਲ ਵਿੱਚ ਕਿੰਨੀ ਦਇਆ ਹੈ। ਉਹ ਹੁਕਮ ਤੋਂ ਆਕੀ ਵੀ ਹੋ ਗਿਆ, ਫਿਰ ਵੀ ਉਹਨੂੰ ਕੁਛ ਨਹੀਂ ਕਿਹਾ। ਇਹੀ ਤੇ ਸਤਿਪੁਰਖ ਦੀ ਪਛਾਣ ਹੈ, ਉਸ ਦੇ ਅੰਦਰ ਦਇਆ ਹੁੰਦੀ ਹੈ। ਔਰ ਜਿਸ ਦੇ ਅੰਦਰ ਦਇਆ ਹੁੰਦੀ ਹੈ, ਧਰਮ ਹੁੰਦਾ ਹੀ ਉਹਦੇ ਅੰਦਰ ਹੈ। ਬਾਕੀ ਲੋਕ ਧਰਮ ਤੋਂ ਵਹੀਣੇ ਨੇ, ਕਹਿ ਦਿੰਦੇ ਨੇ ਅਸੀਂ ਧਾਰਮਿਕ ਹਾਂ, ਜੇ ਦਇਆ ਨਹੀਂ, ਪਤਾ ਕਿੱਥੋਂ ਲੱਗੇਗਾ ਧਾਰਮਿਕ ਹੈ ਜੇ ਉਹਦੇ ਅੰਦਰ ਦਇਆ ਹੈ। ਔਰ ਮਹਾਰਾਜ ਕਹਿੰਦੇ ਨੇ ਜਿੱਥੇ ਦਇਆ ਹੁੰਦੀ ਹੈ, ਧਰਮ ਦਾ ਜਨਮ ਵੀ ਉਸੇ ਹਿਰਦੇ ਵਿੱਚ ਹੁੰਦਾ। ਨਹੀਂ ਹੁੰਦਾ। ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਵੀ ਕਿਹਾ, ਕਹਿੰਦੇ ਅਸਲ ਦੇ ਵਿੱਚ ਦਇਆ ਮਾਂ ਹੈ, ਧਰਮ ਉਸ ਦਾ ਪੁੱਤਰ ਹੈ। ਤੇ ਧਰਮ ਪੈਦਾ ਹੀ ਉੱਥੇ ਹੁੰਦਾ ਹੈ ਜਿੱਥੇ ਦਇਆ ਹੋਏ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਹ। ਸਾਰੇ ਤੀਰਥਾਂ ਦਾ ਪੁੰਨ ਫਲ ਤੈਨੂੰ ਮਿਲ ਜਾਏਗਾ ਜੇ ਕਿਤੇ ਤੇਰੇ ਦਿਲ ਦੇ ਵਿੱਚ ਤਰਸ ਆ ਜਾਏ, ਜੀਵਾਂ ਦੇ ਪ੍ਰਤੀ ਤਰਸ ਆ ਜਾਏ। ਮੈਂ ਵੇਖਦਾ ਮਨੁੱਖ ਅੱਜ ਕੱਲ੍ਹ ਜਾਨਵਰਾਂ ਤੇ ਤਰਸ ਤੇ ਕਰਦਾ ਹੈ, ਮਨੁੱਖਾਂ ਤੇ ਨਹੀਂ ਕਰਦਾ। ਜਾਨਵਰਾਂ ਨੂੰ ਤੇ ਨਵਾਈ ਧਵਾਈ ਜਾਂਦਾ ਹੈ, ਕੋਲ ਰਹਿੰਦੇ ਗਵਾਂਢੀ ਦੀ ਪੁਕਾਰ ਉਹਨੂੰ ਸੁਣਦੀ ਹੀ ਨਹੀਂ। ਜਾਨਵਰ ਘਰ 'ਚ ਪਾਲ ਲਏਗਾ, ਉਹਦੀ ਪੂਰੀ ਸੇਵਾ ਕਰਦਾ ਹੈ, ਨਾਲ ਕੋਈ ਬੈਠਾ ਭੁੱਖਾ ਸੋਈ ਜਾਏ। ਜਾਨਵਰਾਂ ਨੂੰ ਤੇ ਪਾਲ ਰਿਹਾ ਹੈ, ਮਨੁੱਖਾਂ ਦੀ ਸੋਧੀ ਕੋਈ ਨਹੀਂ। ਕਿਉਂ? ਦੂਜੇ ਦੀ ਕਿਉਂ ਨਹੀਂ ਮਦਦ ਕਰਦਾ? ਜੇ ਮੈਂ ਇਹਦੀ ਕਰ ਦਿੱਤੀ, ਮੇਰੇ ਤੋਂ ਅੱਗੇ ਲੰਘ ਜਾਏਗਾ। ਈਰਖਾ। ਔਰ ਅੱਜ ਆਪੋ ਆਪਣੀ, ਮਹਾਰਾਜ ਬਾਣੀ 'ਚ ਵੀ ਕਹਿੰਦੇ ਨੇ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਅੱਜ ਦੁਨੀਆ ਦੇ ਵਿੱਚ ਆਪੋ ਧਾਪੀ ਮਚ ਗਈ ਹੈ, ਹਰੇਕ ਕਿਸੇ ਨੂੰ ਆਪਣੀ ਆਪਣੀ ਪਈ ਹੈ। ਪਰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸ਼ਬਦ ਐਡ ਕੀਤੇ, ਅਰਦਾਸ ਦੇ ਵਿੱਚ ਕੀਤੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਜਿਹੜੇ ਮਨੁੱਖ ਸਰਬੱਤ ਦਾ ਭਲਾ ਮੰਗਦੇ ਨੇ, ਉਹਨਾਂ ਦਾ ਭਲਾ ਆਪਣੇ ਆਪ ਹੀ ਹੋ ਜਾਂਦਾ। ਜਿਹੜੇ ਦੁਨੀਆ ਦਾ ਭਲਾ ਮੰਗਦੇ ਨੇ, ਉਹਨਾਂ ਦਾ ਭਲਾ ਆਪਣੇ ਆਪ ਹੀ ਹੋ ਜਾਂਦਾ। ਪਰ ਸਾਧ ਸੰਗਤ, ਮਹਾਰਾਜ ਬਾਣੀ 'ਚ ਕਹਿੰਦੇ ਨੇ, ਸੰਤ ਗਿਆਨੀ ਮਸਕੀਨ ਸਿੰਘ ਜੀ ਕਿਹਾ ਕਰਦੇ ਸੀ, ਕਹਿੰਦੇ ਕਈ ਵਾਰੀ ਮਨੁੱਖ ਨੇ ਆਪਣੇ ਲਈ ਕਦੀ ਦੁੱਖ ਮੰਗਿਆ ਨਹੀਂ ਹੁੰਦਾ, ਫਿਰ ਵੀ ਉਹਨੂੰ ਮਿਲ ਜਾਂਦਾ ਹੈ। ਕਿਉਂਕਿ ਮਨੁੱਖ ਆਪਣੇ ਲਈ ਯਤਨ ਕਰਦਾ ਹੈ, ਯਤਨ ਬਹੁਤ ਸੁੱਖ ਕੇ ਕੀਏ, ਪਰ ਦੁੱਖ ਮਿਲਦਾ ਹੈ। ਉਹਦਾ ਕਾਰਨ ਕੀ ਹੈ? ਕਹਿੰਦੇ ਉਹ ਐਵੇਂ ਹੋ ਸਕਦਾ ਹੈ, ਦੁੱਖ ਕਿਸੇ ਲਈ ਮੰਗਿਆ ਹੋਏ, ਮਿਲੇਗਾ ਤੇ ਸਾਨੂੰ ਵੀ। ਉਹ ਮੰਗ ਤੇ ਸਾਡੀ ਹੈ, ਭਾਵੇਂ ਕਿਸੇ ਲਈ ਮੰਗਿਆ, ਆਪਾਂ ਨੂੰ ਵੀ ਤੇ ਮਿਲਣਾ ਹੈ। ਇਸ ਕਰਕੇ ਦਿਲ ਦੇ ਵਿੱਚ ਬਾਣੀ ਕਹਿੰਦੀ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਹੁਣ ਕੋਈ ਹਿੰਦੂ ਨਹੀਂ, ਮੁਸਲਮਾਨ ਨਹੀਂ, ਕੋਈ ਜਾਤ ਨਹੀਂ, ਕੋਈ ਵਰਣ ਨਹੀਂ, ਮੈਨੂੰ ਸਾਰੇ ਹੀ ਆਪਣੇ ਲੱਗਦੇ ਨੇ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ। ਕਿਸੇ ਦਾ ਮਾੜਾ ਨਹੀਂ ਲੋਚਦਾ। ਔਰ ਗੁਰਬਾਣੀ ਕਹਿੰਦੀ ਹੈ, ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੇ ਭਲਾ। ਉਹਦਾ ਭਲਾ ਕਦੇ ਨਹੀਂ ਹੁੰਦਾ।
ਜਿਸ ਦੇ ਅੰਦਰ ਬਗਾਨੀ ਤਾਤ ਹੁੰਦੀ ਹੈ, ਬਗਾਨੀ ਈਰਖਾ ਹੁੰਦੀ ਹੈ। ਕਿਉਂ? ਹਮੇਸ਼ਾ ਉਹ ਝੂਰਦਾ ਹੀ ਰਹਿੰਦਾ ਹੈ। ਸੋ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਮਹਾਰਾਜ ਜੀ ਨੂੰ ਕਹਿਣ ਲੱਗਿਆ, ਸਾਹਿਬ ਮੈਂ ਇੰਨਾ ਵੱਡਾ ਤੁਹਾਡੀ ਹੁਕਮ ਅਦੂਲੀ ਕੀਤੀ, ਫਿਰ ਵੀ ਤੁਸੀਂ ਖੁਸ਼ ਹੋ ਕੇ ਮੈਨੂੰ ਇੰਨਾ ਕੁਝ ਦੇ ਦਿੱਤਾ ਹੈ। ਮੁਦਤ ਹੋਏ ਕਰ ਬਿਨੈ ਬਖਾਨੀ, ਆਇਓ ਭੂਪ ਸਹਿਤ ਪਰਵਾਰ। ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਮੈਂ ਇਕੱਲਾ ਨਹੀਂ ਆਇਆ, ਉਹ ਰਾਜਾ ਵੀ ਮੇਰੇ ਨਾਲ ਸਮੇਤ ਪਰਿਵਾਰ ਆਇਆ ਹੈ। ਸੇਨਾ ਪ੍ਰਜਾ ਸਚਿਵ ਸੰਗ ਸਗਰੇ, ਮੈਂ ਕੀ ਆਦਕ ਔਰ ਜੇਤਾਰ। ਮਹਾਰਾਜ ਹਰੀਪੁਰ ਦਾ ਰਾਜਾ ਵੀ ਆਇਆ ਹੈ, ਉਹਦੀਆਂ ਰਾਣੀਆਂ ਵੀ ਆਈਆਂ ਨੇ, ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ। ਇੱਥੋਂ ਤੈਂ ਦੀ ਕਥਾ ਅਸੀਂ ਸ਼ਰਵਣ ਕਰਾਂਗੇ। ਕੱਲ੍ਹ ਨੂੰ ਰਾਣੀ ਦਰਸ਼ਨ ਕਰਨ ਲਈ ਜਾਂਦੀ ਹੈ, ਸੰਗਤ ਦੇ ਵਿੱਚ ਉਹ ਪਾਗਲ ਹੋ ਜਾਂਦੀ ਹੈ। ਉਹ ਗੁਰੂ ਜੀ ਨੇ ਕੋਈ ਹੁਕਮ ਉਹਨੂੰ ਦਿੱਤਾ ਹੈ, ਉਹ ਹੁਕਮ ਉਹ ਨਹੀਂ ਮੰਨਦੀ, ਫਿਰ ਮਹਾਰਾਜ ਉਹਦਾ ਪਾਗਲਪਨ ਕਿਵੇਂ ਦੂਰ ਕਰਦੇ ਨੇ। ਇਹ ਜਿਹੜੀ ਕਥਾ ਆਪਾਂ ਹੁਣ ਕੱਲ੍ਹ ਨੂੰ ਸ਼ਰਵਣ ਕਰਾਂਗੇ। ਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਨਾਮ ਦੀ ਦਾਤ, ਦੇਹ ਅਰੋਗਤਾ ਦੀ ਦਾਤ ਬਖਸ਼ਣ। ਔਰ ਇਹ ਅਰਦਾਸ ਕਰਕੇ ਜਾਈਏ, ਹੇ ਪ੍ਰਮਾਤਮਾ, ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸਵਾਸ ਅਸੀਂ ਲੈ ਰਹੇ ਹਾਂ, ਕੋਈ ਇਹ 1-1.5 ਘੰਟਾ ਜਿੰਨਾ ਅਸੀਂ ਗੁਰੂ ਦਾ ਸਤ ਸੰਗਤ ਕਰਦੇ ਹਾਂ, ਇਹ ਸਾਡੇ ਸਵਾਸ ਜਿਹੜੇ ਸਫਲ ਹੁੰਦੇ ਨੇ। ਗੁਰੂ ਦੇ ਦਰ 'ਤੇ ਆਇਆ ਮਨੁੱਖ ਦੀ ਜ਼ਿੰਦਗੀ ਦੇ ਜਿੰਨੇ ਉਹ ਸਵਾਸ ਲੈਂਦਾ ਹੈ, ਸੰਗਤ ਵਿੱਚ ਬੈਠਿਆਂ ਪਤਾ ਨਹੀਂ ਕਿਹੜੀ ਰੂਹ ਕਿੱਥੇ ਅਪੜੀ ਹੁੰਦੀ ਹੈ, ਉਹਦੀਆਂ ਅਸੀਸਾਂ ਵੀ